आज देखिए, आज वुमेन डे है। अगर मेरे को मेरी माँ का दिन है जिसने मुझे पैदा किया था, जो हमें धरती पर लेकर आई, जिसने मुझे चलना सिखाया, बैठना सिखाया, सब कुछ सिखाया। और जो एक माँ होती है ना, एक 90 साल का बुजुर्ग भी हो जाए ना, वो भी माँ को याद करता है। जन्म देने वाली माँ होती है तो माँ के ऊपर सभी बोझ होता है। जो माँ होती है वो सारे घर का काम करती है, बच्चों को पढ़ाती है, लिखाती है, बच्चों को संभालती है, बहुत कुछ करती हैं। तो आज वुमेन डे है। वुमेन डे पर इंटरनेशनल वुमेन डे है, दुनिया में मनाया जाता है। ये भाई मनाते तो ये सब लोग हैं, लेकिन जो लेडीज़ है उसको किस दृष्टि से देखते हैं, उसका जो समाज में क्या रोल है, उसको हमारे समाज के लोग कैसे रखते हैं, ये सब सोचने वाली बातें हैं। देखिए, कुछ लेडीज हो तो उसके आगे सर झुक जाता है। मैं अभी कहीं गया था, वहाँ एक रस्म पकड़ी थी, तो वहाँ पर पंडित जी बता रहे थे जिनकी रस्म पकड़ी थी वो कोई 80 ईयर ओल्ड के थे। तो वो कहते हैं जो उनकी बेटियाँ भी आती थी उनको भी देवी कह के बुलाते थे। कहते हैं अपनी बेटियों को भी देवी कहते थे, हर औरत को सत्कार करते थे। प्रोफेसर थे, रिटायर थे, बाकी उनके बेटे जो हैं बहू वगैरह सब डॉक्टर हैं, लेकिन वुमेन को वो बेटी को भी देवी कहते हैं। देवी यानी कि सत्कार होता है, यानी कि देवी शक्ति होती है ये। चलो बाकी तो संसार बने। मेरे साथ तीर्थ गरेवाल जी, हम जहाँ कोर्ट में बैठे हैं, वकील हैं, तो जहाँ पर भी लेडीज जो है इस समय पूरा अपना रोल निभा रही हैं। प्रैक्टिस में भी, ड्राइविंग में भी, पायलट भी हैं, जज भी हैं, इंजीनियर भी हैं, हर कहीं यानी कि पहुँच चुकी हैं। लेकिन पहुँच तो गई हैं, लेकिन सोच अभी वहाँ तक नहीं पहुँची, ना लेडीज की, ना हमारे समाज के लोगों की। सोच बदलो तो समाज बदलेगा। चैनल सब्सक्राइब कर दीजिए। हम वो दिखाते हैं जो कोई नहीं दिखाता। हम इसलिए दिखाते हैं कि आपकी सोच बदले। तीर्थ गरेवाल जी मेरे साथ बातचीत करेंगे वुमेन के बारे, कि वुमेन के बारे आप भी हमको माँ ने जन्म फ्रॉम मेल परस्पैक्टिव, यानी कि एक ਬੰਦੇ ਦੀ ਤਰਜ ਤੋਂ ਅਸੀਂ ਦੇਖਾਂਗੇ ਕਿ ਪਿਛਲੇ 100 ਸਾਲਾਂ ਦੇ ਵਿੱਚ ਆਪਣੇ ਇੱਥੇ ਜਿਹੜੀ ਲੇਡੀਜ਼ ਆ ਉਹਨਾਂ ਦਾ ਰੋਲ ਕਿਵੇਂ ਚੇਂਜ ਹੋਇਆ, ਤੇ ਅੱਜ ਜਿਹੜੀ ਲੇਡੀਜ਼ ਆ ਉਹ ਜੋ ਸਾਨੂੰ ਜੋ ਲੱਗ ਰਿਹਾ ਵਾ ਕਿ ਉਹ ਕਿੱਥੇ ਆ ਕੇ ਹੁਣ ਖੜੀਆਂ ਨੇ। ਸ਼੍ਰੀਪਾਲ ਜੀ, ਆਪਾਂ ਸਪੈਸ਼ਲੀ ਆਪਾਂ ਗੱਲ ਕਰਾਂਗੇ ਲੇਡੀਜ਼ ਦੀ ਲੀਗਲ ਪ੍ਰੋਫੈਸ਼ਨ 'ਚੋਂ। ਅੱਛਾ, ਲੀਗਲ। ਹਾਂ, ਗੱਲ ਆ ਵਾ ਕਿ ਜੇ ਤੁਸੀਂ ਇੱਕ ਲੇਡੀ ਹੋ ਤਾਂ ਤੁਸੀਂ ਆਪਣੀ ਪ੍ਰੋਬਲਮਸ ਚੰਗੀ ਤਰ੍ਹਾਂ ਦੱਸ ਸਕਦੇ ਹੋ। ਜੋ ਕੁਝ ਇਹੋ ਜਿਹੀ ਚੀਜ਼ਾਂ ਹੁੰਦੀਆਂ ਨੇ ਜੋ ਲੇਡੀਜ਼ ਨੂੰ ਰੋਜ਼ ਸਫਰ ਕਰਨਾ ਪੈਂਦਾ, ਜੋ ਅਸੀਂ ਨੋਟਿਸ ਵੀ ਨਹੀਂ ਕਰਦੇ। ਕੋਈ ਹੂਟਿੰਗ ਕਰ ਰਿਹਾ, ਕੋਈ ਹੌਰਨ ਵਜਾ ਰਿਹਾ, ਕੋਈ ਕੁਝ ਕਰ ਰਿਹਾ। ਤੇ ਅੱਛਾ, ਜਿਹੜਾ ਲੀਗਲ ਪ੍ਰੋਫੈਸ਼ਨ ਉਹ ਸ਼ੁਰੂ ਤੋਂ ਹੀ ਬੜਾ ਕੰਪੀਟੀਟਿਵ ਰਿਹਾ ਵਾ। ਹਾਂ, ਬਿਲਕੁਲ ਬਿਲਕੁਲ ਠੀਕ ਹੈ। ਇਹ ਪਹਿਲਾਂ ਕੁਝ ਚੁਣਿੰਦਾ ਜਿਹੜੇ ਚੰਗੇ ਘਰਾਂ ਦੇ ਬੰਦੇ ਸੀ ਉਹਨਾਂ ਦੇ ਹੱਥ ਸੀਗਾ। ਹਾਂਜੀ ਹਾਂਜੀ। ਫਿਰ ਉਹਨਾਂ ਨੇ ਕੋਈ ਮਤਲਬ ਜਿਹੜਾ ਪਿਛੜੀ ਜਾਤੀ ਤੋਂ ਉਹਨੂੰ ਨਹੀਂ ਉੱਤੇ ਉੱਠਣ ਦਿੱਤਾ, ਯਾਨੀ ਕਿ ਲਾਅ ਦੀ ਕਾਬਲੀਅਤ ਨੂੰ ਛੱਡ ਕੇ, ਲਾਅ ਦੀ ਡਿਗਰੀ ਨੂੰ ਛੱਡ ਕੇ ਉਸ ਬੰਦੇ ਖਿਲਾਫ ਜਾਂ ਉਸ ਇਨਸਾਨ ਖਿਲਾਫ ਜਿੰਨੀ ਬੰਦਿਸ਼ਾਂ ਪਾ ਸਕਦੇ ਸੀ ਉਹ ਸਭ ਤੋਂ ਪਹਿਲਾਂ ਕੋਰਟਾਂ 'ਚ ਪੈਣੀ ਸ਼ੁਰੂ ਹੋਈ। ਸਭ ਤੋਂ ਮਤਲਬ ਜੋ ਵਿਲੇਜ ਲੈਵਲ ਤਾਂ ਸੀਗਾ, ਮੈਂ ਕਹਿ ਰਿਹਾ ਪੜ੍ਹੇ ਲਿਖਿਆਂ ਦੇ ਵਿੱਚ। ਹਾਂਜੀ ਹਾਂਜੀ। ਇਹ ਲੇਡੀ ਆ, ਇਹ ਕੋਰਟਾਂ 'ਚ ਕੀ ਕਰ ਲੂਗੀ, ਇਹ ਕਿੱਥੋਂ ਕੇਸ ਕਰਾ ਲੂਗੀ, ਇਹਨੂੰ ਕੀ ਪਤਾ ਵਾ, ਇਹ ਪਿਛੜੀ ਜਾਤੀ ਵਾਲੇ, ਇਹਨੇ ਕੀ ਕਰਨਾ। ਉਹ ਯਾਨੀ ਕਿ ਆਪਣਾ ਵਰਚਸ ਬਚਾਉਣ ਵਾਸਤੇ, ਠੀਕ ਹੈ ਨਾ, ਆਪਣੀ ਇੱਕ ਸੋਸਾਇਟੀ ਡੋਮੀਨੇਟ ਪੋਜੀਸ਼ਨ ਬਚਾਉਣ ਵਾਸਤੇ ਇੰਨਾ ਡਿਸਕ੍ਰਿਮੀਨੇਟ ਕੀਤਾ ਗਿਆ। ਐਵਰੀ ਐਕਸ਼ਨ ਹੈਜ਼ ਐਨ ਇਕੁਅਲ ਐਂਡ ਆਪੋਜ਼ਿਟ ਰਿਐਕਸ਼ਨ। ਉਹ ਤੁਹਾਨੂੰ ਦਿਖਣ ਨੂੰ ਨਹੀਂ ਮਿਲੂਗਾ, ਲੇਕਿਨ ਅੱਗੇ ਮਿਲੂਗਾ। ਜੋ ਇੱਜ਼ਤ ਸਾਡੀ ਦਾਦੀਆਂ ਦੀ ਸੀਗੀ, ਜੋ ਇੱਜ਼ਤ ਸਾਡੀ ਦਾਦੀਆਂ ਦੀ ਲੇਡੀਜ਼ ਦੀ ਸੀਗੀ, ਕਿ ਅੱਜ ਉਹ ਹੈ ਨਹੀਂ, ਚੇਂਜ ਆ ਚੁੱਕੀ ਹਰ ਚੀਜ਼ ਦੇ ਵਿੱਚ। ਪਹਿਲਾਂ ਕਹਿੰਦੇ ਸੀ ਪਿੰਡ ਦੀ ਕੁੜੀ ਭੈਣ ਹੁੰਦੀ ਆ, ਅੱਜ ਦੇ ਹਾਲ ਕੀ ਆ? ਭੈਣ ਭਰਾ ਨੂੰ ਵਿਆਹੀ ਜਾ ਰਿਹਾ। ਇੱਕ ਵੂਮਨ ਡੇ ਤਾਂ ਅੱਜ ਆ ਗਿਆ, ਮੁੰਡਾ ਕਿੱਥੇ ਜਾਵੇ? ਵੂਮਨ ਡੇ ਤੋਂ ਆ ਗਿਆ। ਮੁੰਡਾ ਤਾਂ ਇੱਕ ਐਸਾ ਬਲੀ ਦਾ ਬੱਕਰਾ ਵਾ, ਉਹ ਤਾਂ ਸਿਰਫ ਵਿਆਹ ਤੱਕ ਹੀ ਹੁੰਦਾ। ਹਾਂਜੀ, ਉਹ ਤੋਂ ਬਾਅਦ ਉਹਨੂੰ ਕੋਈ ਪੁੱਛਣ ਵਾਲਾ ਨਹੀਂ। ਜਿੰਨੇ ਜੋਕਸ ਬਣਦੇ ਆ ਉਹ ਬਣਦੇ ਆ ਕਿ ਆਦਮੀ ਅੱਜ ਉਠਾ, ਉਹਦੀ ਘਰ ਵਾਲੀ ਕਹੇ ਕੀ ਖਾਓਗੇ, ਕੀ ਬਣਾਓਗੇ, ਘਰ ਵਾਲਾ ਕਹਿੰਦਾ ਮੈਂ ਤਾਂ ਡਿਵੋਰਸ ਲੈਣਾ। ਉਹ ਜਦੋਂ ਚਲੇ ਗਿਆ, ਜਦੋਂ ਵਾਪਸ ਆਇਆ ਉਹ ਕੀ ਕਹਿੰਦੇ ਆ, ਭਾਂਡੇ ਮਾਂਜਣੇ ਸ਼ੁਰੂ ਕਰਤੇ। ਉਹਦੀ ਘਰ ਵਾਲੀ ਨੇ ਕਿਹਾ ਕੀ ਗੱਲ ਹੋ ਗਈ? ਕਹਿੰਦਾ ਵਕੀਲ ਸਾਹਿਬ ਤਾਂ ਆਪ ਝਾੜੂ ਲਾ ਰਹੇ ਨੇ। ਕਹਿਣ ਦਾ ਭਾਵ ਇਹ ਆ ਕਿ ਉਹ ਸਭ ਕਿਉਂ ਹੋ ਰਿਹਾ? ਕਿਉਂਕਿ ਲੇਡੀਜ਼ ਨਾਲ ਬੜਾ ਧੱਕਾ ਹੋਇਆ। ਉਹਦੇ ਹੁਣ ਕੁਝ ਐਗਜ਼ਾਮਪਲ ਜਿਹੜੇ ਆ ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਬਤੌਰ ਲੇਡੀਜ਼ ਜਿਨ੍ਹਾਂ ਨੇ ਲਾਅ ਦੇ ਪ੍ਰੋਫੈਸ਼ਨ 'ਚ ਬਹੁਤ ਹੀ ਉੱਚਾ ਸਤਰ ਜਿਹੜਾ ਵਾ ਆਪਣਾ ਕੀਤਾ। ਉਹਨਾਂ 'ਚੋਂ ਸਭ ਤੋਂ ਪਹਿਲਾਂ ਨਾਮ ਆਊਗਾ ਸੀਮਾ ਸਮਰਿੱਧੀ ਜੀ ਦਾ।
ਨਿਰਭਇਆ ਕਾਂਡ ਬਾਰੇ ਸਭ ਨੇ ਸੁਣਿਆ। ਇੱਕ ਲੇਡੀ ਨੂੰ, ਸਿਰਫ ਇੱਕ ਲੇਡੀ ਹੋਣ ਕਰਕੇ, ਕੁੜੀ ਹੋਣ ਕਰਕੇ ਉਹਨੂੰ ਕਿੰਨੀ ਬੁਰੀ ਤਰ੍ਹਾਂ ਮਾਰਿਆ ਗਿਆ, ਕਿੰਨੀ ਬੁਰੀ ਤਰ੍ਹਾਂ ਮਾਰਿਆ ਗਿਆ। ਬੰਦੇ ਨੂੰ ਮਾਰਿਆ ਗਿਆ ਲੇਕਿਨ ਲੇਡੀ ਨੂੰ ਕਿੰਨੀ ਬੁਰੀ ਤਰ੍ਹਾਂ ਮਾਰਿਆ ਗਿਆ। ਕਿੰਨਾ ਸੈਂਸਿਟਿਵ ਕੇਸ ਸੀਗਾ। ਉਹਦੇ ਅਪੋਜ਼ਿੰਗ ਜੋ ਵਕੀਲ ਸੀਗਾ ਉਹਦੀ ਇਹੋ ਜਿਹੀ ਟਿੱਪਣੀਆਂ ਸੀਗਾ ਕਿ ਸਾਰੇ ਦੇਸ਼ ਨੇ, ਕਿ ਦੁਨੀਆ ਨੇ ਉਹਦੀ ਨਿੰਦਾ ਕੀਤੀ ਗਿਆ ਕਿ ਚੱਜ ਦੀ ਗੱਲ ਕਰ ਲਾ, ਕਿ ਗਰਲਸ ਆਰ ਲਾਈਕ ਅ ਡਾਇਮੰਡ, ਇਫ ਦੇ ਆਰ ਔਨ ਦੀ ਰੋਡ ਡੌਗਸ ਵਿਲ ਪਿਕ ਦਮ ਅਪ। ਕਿ ਮਤਲਬ ਚਲੋ ਠੀਕ ਆ, ਵਕੀਲ ਨੇ ਦੂਜੇ ਨੂੰ ਵੀ ਰਿਪਰੈਜ਼ੈਂਟ ਕਰਨਾ ਹੁੰਦਾ, ਲੇਕਿਨ ਕੋਈ ਲਾਈਨ ਆਫ ਆਰਗੂਮੈਂਟ ਤਾਂ ਠੀਕ ਕਰ ਲਓ। ਹੁਣ ਸੀਮਾ ਸਮਰਿੱਧੀ ਜੀ ਨੇ ਨਿਰਭਇਆ ਕੇਸ ਲੜਿਆ, ਬੜੀ ਵਧੀਆ ਉਹਦੇ ਵਿੱਚ ਪ੍ਰੋਸੀਕਿਊਸ਼ਨ ਕੀਤੀ, ਬਿਲਕੁਲ ਉਹਦੇ ਵਿੱਚ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਸਜ਼ਾ ਦਿਲਾਉਣ ਦੇ ਵਿੱਚ ਕਾਮਯਾਬ ਰਹੇ। ਠੀਕ ਹੈ ਜੀ, ਉਹਨਾਂ ਨੇ ਪੂਰਾ ਜਿਹੜਾ ਕੇਸ ਕੀਤਾ ਤੇ ਸਭ ਤੋਂ ਵੱਡੀ ਗੱਲ ਆ, ਇਹ ਉਹਨਾਂ ਦਾ ਪਹਿਲਾ ਕੇਸ ਸੀਗਾ। ਠੀਕ ਹੈ, ਤੇ ਉਹਨਾਂ ਨੇ ਕਿਹਾ ਇਹ ਲੜਾਈ ਇਕੱਲੀ ਮੇਰੀ ਨਹੀਂ, ਹਰੇਕ ਲੇਡੀ ਦੀ ਲੜਾਈ ਆ। ਇੱਥੇ ਗੱਲ ਕੀ ਹੋਈ, ਇੱਕ ਲੇਡੀ ਜਿਹਦੇ ਨਾਲ ਪਤਾ ਚੱਲਿਆ ਕਿ ਗਲਤ ਹੋਇਆ ਤੇ ਉਹਨੂੰ ਜਸਟਿਸ ਦਿਵਾਇਆ ਗਿਆ। ਫਿਰ ਇਹਨਾਂ ਤੋਂ ਬਾਅਦ ਆ ਕਿ ਮੈਨਿਕਾ ਗੁਰੂਸਵਾਮੀ ਜੀ। ਠੀਕ ਹੈ, ਇਹਨਾਂ ਨੇ ਸੈਕਸ਼ਨ 377 ਯਾਨੀ ਕਿ ਸੇਮ ਸੈਕਸ ਰਿਲੇਸ਼ਨਸ਼ਿਪ ਨੂੰ, ਜੋ ਅੰਗਰੇਜ਼ਾਂ ਨੇ ਵੀ ਪਤਾ ਨਹੀਂ ਕਦੋਂ ਦਾ ਡੀਕ੍ਰਿਮੀਨਲਾਈਜ਼ ਕਰਤਾ ਸੀਗਾ ਕਿ ਗੇ ਕੋਈ ਹੋ ਗਿਆ, ਲੈਸਬੀਅਨ ਕੋਈ ਹੋਗਾ, ਕੋਈ ਚੱਕਰ ਨਹੀਂ। ਇਹਨਾਂ ਨੇ ਸੁਪਰੀਮ ਕੋਰਟ ਜਾ ਕੇ ਉਹਨੂੰ ਡੀਰੈਗੂਲਰਾਈਜ਼ ਕੀਤਾ। ਦੇਖੋ, ਇੱਕ ਬੰਦੇ ਤੇ ਪ੍ਰੈਸ਼ਰ ਹੁੰਦਾ ਤੇਰਾ ਵਿਆਹ ਹੋ ਜਾਵੇ, ਉਹ ਗੇ ਹੋਵੇ, ਗਾਹਾਂ ਜਿਹੜੀ ਲੇਡੀ ਆ ਉਹਦੀ ਵੀ ਜ਼ਿੰਦਗੀ ਖਰਾਬ। ਬਿਲਕੁਲ ਬਿਲਕੁਲ। ਅੱਛਾ, ਗਾਹਾਂ ਲੇਡੀ ਲੈਸਬੀਅਨ ਹੋਵੇ, ਉਹਨੂੰ ਸੁਸਾਇਟੀ ਦੇ ਪ੍ਰੈਸ਼ਰ 'ਚ ਵਿਆਹ ਕਰਨਾ ਪੈ ਜਾਵੇ ਕਿ ਸਾਡੀ ਇੱਜ਼ਤ ਦਾ ਸਵਾਲ ਆ, ਉਹ ਤਾਂ ਵਿਆਹ ਟਿਕ ਸਕਦਾ ਹੀ ਨਹੀਂ, ਕਿਉਂਕਿ ਬੇਸਿਕ ਨੀਡ ਹੀ ਨਹੀਂ ਪੂਰੀ ਹੋਣੀ। ਕਿਉਂ ਸ਼੍ਰੀਪਾਲ ਜੀ? ਬਿਲਕੁਲ ਬਿਲਕੁਲ। ਤੇ ਉਸ ਚੀਜ਼ ਨੂੰ ਛੱਡ ਕੇ, ਕਿਉਂਕਿ ਆਪਣੇ ਤੇ ਸੈਕਸ ਇੱਕ ਕਿੱਡਾ ਗੰਦਾ ਵਰਡ ਆ, ਪਤਾ ਨਹੀਂ ਕਿਉਂ ਹੈਗਾ, ਜਵਾਕ ਕਿੰਨੇ ਜੰਮੀ ਜਾਂਦੇ ਫਿਰ ਵੀ ਗੰਦਾ ਵਰਡ ਆ। ਇਹਨੂੰ ਚੱਜ ਦਾ ਹੀ ਕਰ ਦਿਓ, ਪਾਪੂਲੇਸ਼ਨ ਹੀ ਘੱਟ ਕਰ ਦਿਓ। ਇਹਦੇ ਬਾਰੇ ਗੱਲਾਂ ਘੱਟ ਕਰੋ। ਤੇ ਗਾਲ ਕੱਢਦੀ ਗੱਲ ਕੀ ਹੈ, ਗਾਲ ਮੂੰਹ ਚੋਂ ਨਿਕਲਿਆ, ਗਾਲਾਂ ਕੱਢਦੀਆਂ ਜੀ, ਕੀ ਹੈ ਗਾਲ ਕੱਢਦੀ, ਗਾਲਾਂ ਤੁਸੀਂ ਬਣਾਈਆਂ ਨੇ ਲੋਕਾਂ ਨੇ। ਹਾਂ, ਘਰ ਜਦ ਮੰਮੀ ਡੈਡੀ ਪਾਪਾ ਸਾਰੇ ਫੈਮਿਲੀ ਲੜਾਈ ਹੁੰਦੀ, ਗਾਲਾਂ ਨਿਕਲਦੀਆਂ ਨੇ ਉਸ ਵੇਲੇ। ਨਹੀਂ ਦੇਖੋ, ਗਾਲਾਂ ਤਾਂ ਹੁਣ ਨਾਰਮਲ ਹੋ ਗਈਆਂ, ਨਾਰਮਲ ਹੋ ਗਈਆਂ। ਉਹੀ ਮੈਂ ਕਹਿੰਦਾ, ਬਜ਼ੁਰਗਾਂ ਦੇ ਟਾਈਮ ਤੇ ਸੀਗਾ ਨਾ, ਅੱਜ ਬਿਲਕੁਲ ਨਾਰਮਲ ਹੋ ਗਈਆਂ, ਕਿਉਂਕਿ ਸੋਸਾਇਟੀ ਚੇਂਜ ਹੋ ਰਹੀ ਹੈ, ਟੁੱਟ ਨਹੀਂ ਰਹੀ, ਚੇਂਜ ਹੋ ਰਹੀ ਆ। ਕਿਉਂਕਿ ਉਦੋਂ ਇੱਕ ਬੰਦੇ ਦੀ ਚੱਲਦੀ ਸੀ, ਹੁਣ ਉਹਦੀ ਨਹੀਂ ਚੱਲਦੀ, ਬਾਕੀ ਸਭ ਦੀ ਚੱਲਦੀ ਹੈਗੀ ਹੈ। ਹੁਣ ਨੈਕਸਟ ਜਿਹੜੇ ਵਕੀਲ ਨੇ ਉਹ ਹੈਗੇ ਕਿਰੂਬੂ ਮੁੰਨੂਸੈਮੀ। ਉਹ ਇੱਕ ਦਲਿਤ ਵਕੀਲ ਨੇ। ਹਾਂਜੀ, ਸੁਪਰੀਮ ਕੋਰਟ ਦੇ ਵਿੱਚ ਵਕੀਲ ਨੇ। ਤੇ ਉਹ ਵੀ ਪਤਾ ਕੀ ਕਹਿੰਦੇ ਆ ਕਿ ਜਿੱਥੇ ਵਕੀਲ ਸੱਦੇ ਉੱਥੇ ਦਲਿਤ ਵਕੀਲਾਂ ਨਾਲ ਕਹਿੰਦੇ ਕਿ ਇਹ ਦਲਿਤ ਵਕੀਲ ਆ। ਲੇਕਿਨ ਕੀ ਉਹਨਾਂ ਨੇ ਆਪਣੀ ਲੜਾਈ ਛੱਡਤੀ? ਨਹੀਂ ਛੱਡੀ। ਜਿਹਦੇ ਕੋਲ ਤਾਂ ਮੌਕਾ, ਜਿਹਦੇ ਕੋਲ ਸਾਰਾ ਉਹ ਟਿਕ ਮਾਰਕ ਹੋ ਗਿਆ ਕਿ ਹਾਂ ਵੀ ਪੈਸੇ ਵੀ ਆ, ਹਾਈ ਕਾਸਟ ਵੀ ਆ, ਕਾਸਟਾਂ ਦੇ ਵਿੱਚ ਵੀ ਕਾਸਟ ਆ, ਕਿ ਉਹਨੂੰ ਬਿਲੋਂਗ ਕਰਦਾ, ਇਹਨੂੰ ਬਿਲੋਂਗ ਕਰਦਾ, ਉਹਨੂੰ ਇੱਕ ਐਡਵਾਂਟੇਜ ਮਿਲ ਜਾਂਦੀ ਹੈ। ਜਿਹਦੇ ਉੱਤੇ ਡਿਸਐਡਵਾਂਟੇਜ ਹੁੰਦੀ ਹੈ ਉਹ ਐਵੇਂ ਹੁੰਦਾ ਜਿਵੇਂ ਤੁਹਾਡੀ ਪਿੱਠ ਦੇ ਉੱਤੇ ਇੱਕ ਬੈਗ ਭਰਿਆ, ਉਹਦੇ ਅੰਦਰ ਹੋਰ ਦੀ ਹੋਰ ਪੱਥਰ ਪਾਏ ਹੋਏ ਆ। ਜਾਣਾ ਤੁਸੀਂ ਵੀ ਉਹ ਰਾਹ ਵਾ, ਉਹਨਾਂ ਨੇ ਵੀ ਉਹੀ ਰਾਹ ਵਾ, ਲੇਕਿਨ ਉਹ ਜਿਹੜੇ ਪੱਥਰ ਆ ਤੁਹਾਡੀ ਪਿੱਠ ਤੇ ਆ, ਤੁਹਾਡੇ ਤੇ ਭਾਰ ਆ। ਜਦੋਂ ਕਿ ਕਨਸਟੀਟਿਊਸ਼ਨ ਕਹਿੰਦਾ ਕਿ ਐਵਰੀਵਨ ਇਜ਼ ਇਕੁਅਲ, ਇਕੁਅਲਿਟੀ, ਵੇਅਰ ਇਜ਼ ਦ ਇਕੁਅਲਿਟੀ। 75 ਸਾਲ ਬਾਅਦ ਵੀ ਇੱਕ ਲੇਡੀ ਨੂੰ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਕਹਿਣੀ ਪੈ ਰਹੀ ਹੈ। ਠੀਕ ਹੈ, ਲੇਕਿਨ ਗੱਲ ਆਵਾ ਕਿ ਲੜਾਈ ਜੰਗ ਜਾਰੀ ਹੈ। ਅਗਲੇ ਵਕੀਲ ਸਾਹਿਬ ਆ ਗਏ ਮੈਡਮ ਰਿਬੇਕਾ ਜੌਨ ਜੀ। ਹੁਣ ਰਿਬੇਕਾ ਜੌਨ ਜੀ ਕੌਣ ਨੇ? ਪ੍ਰਿਆ ਰਮਾਨੀ, ਕਿਸੇ ਨੇ ਸੁਣਿਆ ਹੀ ਨਹੀਂ ਨਾਮ ਹੋਣਾ। MJ ਅਕਬਰ ਇੱਕ ਬਹੁਤ ਤਕੜਾ ਐਡੀਟਰ ਰਿਹਾ ਆਪਣੇ ਟਾਈਮ ਦਾ। ਇੱਕ ਮੂਵਮੈਂਟ ਚੱਲੀ ਸੀ ਮੀ ਟੂ, ਯਾਦ ਆ? ਉਹ 'ਚ ਲੇਡੀਜ਼ ਨੇ ਕਹਿੰਦੇ ਅੱਜ ਤੋਂ 20 ਸਾਲ ਪਹਿਲਾਂ ਮੈਨੂੰ ਇਹਨੇ ਮੋਲੈਸਟ ਕੀਤਾ ਸੀ, ਇਹਨੇ ਆਇਆ ਕੀਤਾ ਸੀ, ਇਹਨੇ ਜਿਉਂ ਕੀਤਾ ਸੀ। ਇਹ ਲੇਡੀ ਜਿਹੜੀ ਹੈਗੀ ਹੈ ਪ੍ਰਿਆ ਰਮਾਨੀ, ਇਹਨੇ MJ ਅਕਬਰ ਤੇ ਉਂਗਲ ਚੱਕੀ ਸੀ। ਕੇਸ ਨਹੀਂ ਹੋ ਸਕਿਆ। MJ ਅਕਬਰ ਨੇ ਡੈਫੇਮੇਸ਼ਨ ਕੇਸ ਪਾਇਆ। ਮੈਡਮ ਰਿਬੇਕਾ ਜੌਨ ਨੇ ਇਹਨਾਂ ਨੂੰ ਕੇਸ ਜਿਤਾਇਆ ਉਹਦੇ ਖਿਲਾਫ। ਹਾਂ, ਦੇਖ ਲਓ, ਜਾਣ ਕੇ। ਮਤਲਬ ਕਿਵੇਂ ਜਾਣ ਕੇ ਵੀ ਪਤਾ ਵੀ ਲੇਡੀ ਜਿੱਤੂਗੀ, ਲੇਡੀ ਆਗੇ बढ़ेगी। MJ ਅਕਬਰ ਤੋਂ ਸਹੀ ਉਹ ਗੁਰੂ ਜੀ, MJ ਅਕਬਰ ਲੇਡੀਜ਼ ਨੂੰ ਜੋ ਐਲੀਗੇਸ਼ਨ ਉੱਤੇ ਲੱਗੇ ਸੀ ਕਿ ਤੰਗ ਪਰੇਸ਼ਾਨ ਕਰਦਾ ਸੀ। ਹਾਂਜੀ ਹਾਂਜੀ। ਇੱਕ ਲੇਡੀ ਨੇ ਉੱਤੇ ਮੀ ਟੂ ਲਾਤਾ, ਇਹਨੇ ਮੇਰੇ ਨਾਲ ਵੀ ਕੀਤਾ ਸੀ। ਹਾਂਜੀ ਹਾਂਜੀ। ਉਹਨੇ ਡੈਫੇਮੇਸ਼ਨ ਪਾਤਾ ਕਿ ਤੂੰ ਪ੍ਰੂਵ ਕਰ ਮੈਂ ਤੇਰੇ ਨਾਲ ਕੀਤਾ ਸੀ। ਹਾਂਜੀ ਹਾਂਜੀ। ਡੈਫੇਮੇਸ਼ਨ ਪਾਤਾ ਤੂੰ ਪ੍ਰੂਵ ਕਰ ਮੇਰੇ ਨਾਲ ਕੀਤਾ। ਮੈਡਮ ਪ੍ਰਿਆ ਰਮਾਨੀ ਨੇ ਰਿਪਰੈਜ਼ੈਂਟ ਕੀਤਾ। ਉਹਨਾਂ ਨੇ ਉਹਦਾ ਇੰਨਾ ਚੱਠੇ ਖੋਲੇ ਕਿ ਉਹ ਆਪ ਹੀ ਕਹਿੰਦਾ ਜੀ ਮਾਫ ਕਰੋ। ਮਤਲਬ ਯਾਨੀ ਕਿ ਤੁਸੀਂ ਕਿਸੇ ਲੇਡੀ ਨਾਲ ਗਲਤ ਕਰਕੇ ਬਚ ਨਹੀਂ ਸਕਦੇ। ਬਿਲਕੁਲ ਬਿਲਕੁਲ। ਠੀਕ ਆ। ਇਹਨਾਂ ਨੇ ਆਰੂਸ਼ੀ ਤਲਵਾਰ ਦਾ ਕੇਸ ਵੀ ਲੜਿਆ ਸੀ। ਠੀਕ ਹੈ ਨਾ, ਆਰੂਸ਼ੀ ਤਲਵਾਰ ਜੀ ਦਾ। ਠੀਕ ਹੈ, ਤੇ ਇਹ ਉਸ ਨਿਰਭਇਆ ਕੇਸ ਦੇ ਵਿੱਚ ਇੱਕ ਅਕਿਊਜ਼ ਦੇ ਵੱਲੋਂ ਵੀ ਆਏ ਸੀਗੇ। ਠੀਕ ਹੈ, ਬੜੀ ਇਹਨਾਂ ਨੇ ਕੀ ਕਹਿੰਦੇ ਆ ਉਹਨਾਂ ਜ਼ੋਰ ਪਾਇਆ ਸੀ, ਕਿਉਂਕਿ ਗੱਲ ਪਤਾ ਕੀ ਆ,
ਤੁਸੀਂ ਅਕਿਊਜ਼ ਦੇ ਵੱਲੋਂ ਕਿਉਂ ਪੇਸ਼ ਹੋ ਗਏ ਜੀ, ਉਹਨਾਂ ਨੇ ਤਾਂ ਇੰਨਾ ਹੀਨੀਅਸ ਕ੍ਰਾਈਮ ਕੀਤਾ ਸੀ, ਆਹ ਕੀਤਾ ਸੀ। ਯੂ ਹੈਵ ਟੂ ਅੰਡਰਸਟੈਂਡ ਕਿ ਉਹਨੇ ਕੀਤਾ ਕਿਉਂ ਆ। ਤੁਸੀਂ ਆਪਣਾ ਮਨ ਨਹੀਂ ਬਣਾ ਸਕਦੇ ਕਿ ਇਹਨੇ ਹੀ ਕੀਤਾ ਵਾ। ਇਸ ਕਰਕੇ ਇਹਨਾਂ ਨੇ ਆਪਣਾ ਇੱਕ ਲੇਡੀ ਨੇ ਉਹਨਾਂ ਨੂੰ ਸਜ਼ਾ ਕਰਾਈ, ਇੱਕ ਲੇਡੀ ਨੇ ਇੱਕ ਅਕਿਊਜ਼ ਨੂੰ ਰਿਪਰੈਜ਼ੈਂਟ ਕੀਤਾ। ਠੀਕ ਹੈ, ਯਾਨੀ ਕਿ ਬਰਾਬਰੋ ਬਰਾਬਰੀ ਹੋਇਆ। ਫਿਰ ਆ ਗਏ ਮੈਡਮ ਆਭਾ ਜੀ, ਆਭਾ ਸਿੰਘ ਜੀ। ਇਹ ਬੰਬੇ ਦੇ ਵਿੱਚ ਪ੍ਰੈਕਟਿਸ ਕਰਦੇ ਨੇ। ਇਹਨਾਂ ਨੇ ਵੀ ਮੀ ਟੂ ਤੇ ਲੈਸਬੀਅਨ ਜਿਹੜੀ ਮੂਵਮੈਂਟ ਆ ਉਹਦੇ ਵਿੱਚ ਜਿਹੜਾ ਹੈਗਾ ਵਾ ਬਹੁਤ ਜ਼ੋਰ ਪਾਇਆ। ਇਹਨਾਂ ਨੇ ਕਿਤਾਬ ਵੀ ਲਿਖੀ, ਸਤਰੀ ਦਿਸ਼ਾ ਔਰ ਦਿਸ਼ਾ, ਦਸ਼ਾ ਔਰ ਦਿਸ਼ਾ। ਸਤਰੀ ਦੀ ਦਿਸ਼ਾ ਕੀ ਆ ਤੇ ਦਸ਼ਾ ਕੀ ਆ, ਹਾਂ ਦੋਨੋਂ ਡਾਇਰੈਕਸ਼ਨ ਔਰ ਕੰਡੀਸ਼ਨ। ਚਲੋ ਠੀਕ ਹੈ। ਇਹ ਕਹਿੰਦੇ ਜੀ ਅਸੀਂ ਉਹਦੇ ਵਿੱਚ ਚੇਂਜ ਕਰਨਾ ਚਾਹੁੰਦੇ ਹਾਂ। ਫਿਰ ਆ ਗਏ ਮੈਡਮ ਇੰਦਰਾ ਜੈ ਸਿੰਘ ਜੀ। ਇਹ ਫਿਰ ਸੁਪਰੀਮ ਕੋਰਟ ਦੇ ਲਾਇਰ ਨੇ ਤੇ ਇਹ ਪਹਿਲੇ ਐਡੀਸ਼ਨਲ ਸੋਲਿਟਰੀ ਜਨਰਲ ਆਫ ਇੰਡੀਆ ਬਣੇ ਸੀ 2009 ਦੇ ਵਿੱਚ। ਇਹ ਇਹਨਾਂ ਦੀ NGO ਵੀ ਚੱਲਦੀ ਆ, ਇਹ ਲੇਡੀਜ਼ ਰਾਈਟ ਵਾਸਤੇ ਵੀ ਬਹੁਤ ਲੜਦੇ ਆ। ਠੀਕ ਹੈ, ਤੇ ਇਹਨਾਂ ਨੇ ਹੀ ਲੇਡੀਜ਼ ਨੂੰ ਇਹ ਰਾਈਟ ਦਵਾਈ ਸੁਪਰੀਮ ਕੋਰਟ ਤੋਂ ਕਿ ਇਕੱਲੀ ਮਦਰ ਵੀ ਨੈਚੁਰਲ ਗਾਰਡੀਅਨ ਹੋ ਸਕਦੀ ਆ ਤੇ ਉਹਦੇ ਪਾਸਪੋਰਟ ਜਾਂ ਡਾਕੂਮੈਂਟਸ ਦੇ ਉੱਤੇ ਇਕੱਲੇ ਮਦਰ ਦਾ ਵੀ ਨਾਮ ਆ ਸਕਦਾ ਨਹੀਂ, ਕਹਿੰਦੇ ਫਾਦਰ ਦਾ ਨਾਮ ਲੈ ਗਿਆ। ਹਾਂ, ਕਿਉਂਕਿ ਡਿਵੋਰਸ ਹੋ ਗਿਆ ਜਾਂ ਕੁਝ ਹੋ ਗਿਆ, ਕਹਿੰਦੇ ਫਾਦਰ ਕੌਣ ਹੈ ਜੀ, ਅੱਛਾ ਬਾਪ ਦਾ ਨਾਮ ਨਹੀਂ ਪਤਾ। ਆ ਪੁਸ਼ਪਾ ਦੇ ਵਿੱਚ ਕਈ ਵਾਰ ਐਸਾ ਹੋਇਆ ਹੈ, ਯਾਨੀ ਕਿ ਮਤਲਬ ਅਗਲੀ ਦਾ ਡਿਵੋਰਸ ਹੋਇਆ ਹੁੰਦਾ, ਉਹ ਕਹਿੰਦੇ ਜੀ ਨਾਮ ਦੱਸੋ, ਉਹ ਪੁਸ਼ਪਾ ਵਾਲੀ ਕਹਾਣੀ ਸੋਚ ਲੈਂਦੇ ਕਿ ਬਾਪ ਦਾ ਨਾਮ ਬਤਾ ਜੀ, ਬਾਪ ਦਾ ਨਾਮ ਬਾਪ ਤੋਂ ਭਈਆ ਨਹੀਂ ਪਤਾ ਲੱਗਦਾ। ਉਹ ਬਈ ਬਾਪ ਸ਼ਰਾਬ ਪੀਂਦਾ ਹੋਵੇ, ਮਾਰਦਾ ਕੁੱਟਦਾ ਹੋਵੇ, ਉਹਨੂੰ ਨਹੀਂ ਯਾਦ ਕਰਨਾ ਬੰਦੇ ਨੇ ਯਾਰ। ਚਲੋ ਇਹ ਤਾਂ ਹੋ ਗਈ ਵਨ ਸਾਈਡ ਆਫ ਦਾ ਸਟੋਰੀ। ਤੇ ਦੂਜੀ ਸਾਈਡ ਦਾ ਸਟੋਰੀ ਕੀ ਹੈ, ਸੁਪਰੀਮ ਕੋਰਟ ਆਫ ਇੰਡੀਆ ਦੀ ਜਜਮੈਂਟ ਆ ਡਾਊਰੀ ਦੇ ਉੱਤੇ ਕਿ 498 ਮਿਸਯੂਜ਼ ਹੋ ਰਿਹਾ ਵਾ। ਅੱਛਾ, ਹਰੇਕ ਸਿੱਕੇ ਦੇ ਦੋ ਪਹਿਲੂ ਆ। ਹਾਂਜੀ, ਠੀਕ ਆ ਨਾ। ਲੇਡੀਜ਼ ਵਾਸਤੇ ਤਾਂ ਬਹੁਤ ਕੁਛ ਆ। ਲਾਅ ਵੀ ਮੰਨਦਾ ਕਿ ਹਾਂ ਵੀ ਰੇਪ ਕੇਸ ਝੂਠੇ ਹੁੰਦੇ ਆ, ਲਾਅ ਮੰਨਦਾ 498 ਵੀ ਝੂਠੀ ਹੁੰਦੀ ਆ। ਠੀਕ ਆ ਨਾ। ਹੁਣ ਤਾਂ ਇਹਨਾਂ ਦੇ ਆਪਣੇ ਵੀ ਸਾਰੇ ਬੰਦੇ ਇਫੈਕਟ ਹੋਣ ਲੱਗ ਗਏ। ਠੀਕ ਆ ਨਾ। ਹੁਣ ਉਹਦਾ ਇਨਬਿਲਟ ਸੇਫਗਾਰਡ ਸੀਗਾ। ਇੱਕ ਕੇਸ ਲੱਗਿਆ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ, ਜਿਹਦੇ ਵਿੱਚ ਜਿਹੜੀ ਸਟੇ ਆ 498, ਯਾਨੀ ਕਿ ਡਾਊਰੀ ਕੇਸ ਦੇ ਵਿੱਚ ਆਟੋਮੈਟਿਕ ਅਰੈਸਟ ਆ, ਉਹਦੀ ਸਟੇ ਆ। ਉਹ ਜਦੋਂ ਕੇਸ ਲੱਗਿਆ ਤੇ ਉਹਦੇ ਵਿੱਚ ਕਹਿੰਦੇ ਯਾਰ ਐਵੇਂ ਕਿਵੇਂ ਸਟੇ ਹੋ ਗਈ, ਅਰੈਸਟ ਹੋਣੀ ਚਾਹੀਦੀ ਆ। ਲੇਡੀਜ਼ ਨਾਲ ਧੱਕਾ ਹੁੰਦਾ, ਇਹ ਹੁੰਦਾ, ਉਹ ਹੁੰਦਾ। 100 ਲੇਡੀਜ਼ ਨਾਲ ਧੱਕਾ ਹੋ ਗਿਆ, ਕੋਈ ਗੱਲ ਨਹੀਂ, ਜੇ 2 ਬੇਗੁਨਾਹ ਵੀ ਫੜੇ ਗਏ ਫਿਰ ਕੀ ਆ। ਉਹਦੇ ਵਿੱਚ ਕੀ ਹੋਇਆ, ਆ ਮੈਂ ਸਾਰੀ ਚਿੱਠੀਆਂ ਲਿਖੀਆਂ, ਚੀਫ ਮਿਨਿਸਟਰ ਸਾਹਿਬ ਨੂੰ ਲਿਖੀਆਂ, ਠੀਕ ਹੈ, ਚੀਫ ਜਸਟਿਸ ਸਾਹਿਬ ਨੂੰ ਲਿਖੀਆਂ, ਪ੍ਰਾਈਮ ਮਿਨਿਸਟਰ ਆਫਿਸ ਤੋਂ ਵੀ ਮੈਨੂੰ ਅਕਨੋਲਜਮੈਂਟ ਆਈ ਆ। ਮੈਂ ਆ ਵੀ ਲਿਖਿਆ ਕਿ ਜਿਹੜੇ ਵੂਮਨ ਸੈੱਲ ਵਿੱਚ 95% ਲੇਡੀਜ਼ ਬੈਠਣ, ਪਲੱਸ ਹਰ ਮਹੀਨੇ ਉਹ ਆਪਣਾ ਪਬਲਿਸ਼ ਕਰਨ ਕਿ ਕਿੰਨੀ ਕੰਪਲੇਂਟਾਂ ਆਈਆਂ, ਕਿੰਨੀ ਡਿਸਪੋਜ਼ ਆਫ ਹੋਈਆਂ ਤੇ ਕਿੰਨੀ FIR ਹੋਈਆਂ। ਉਹ ਅੱਜ ਵੀ ਅਖਬਾਰਾਂ ਛਪਦਾ ਵਾ। ਆਹ ਦੇਖੋ ਜੀ, ਡਿਸਪੋਜ਼ ਆਫ ਕੰਪਲੇਂਟਸ ਇਨ ਮੰਥ, ਢੋਕੇ ਟੈਲਸ ਵੂਮਨ ਸੈੱਲ, ਢੋਕੇ ਸਾਹਿਬ ਨੇ ਕਿਹਾ। ਫਿਰ ਹੁਣ ਜਿਹੜੀ ਵੂਮਨ ਸੈੱਲ ਦੇ ਵਿੱਚ ਕਦੇ ਸੁਣਿਆ ਹੀ ਨਹੀਂ ਸੀਗਾ, ਉੱਥੇ ਜਿਹੜੇ ਕਪਲ ਰੀਯੂਨਾਈਟ ਹੋ ਜਾਂਦੇ ਆ ਉਹਨਾਂ ਤੇ ਸਪੈਸ਼ਲੀ ਪਾਰਟੀ ਰੱਖੀ ਜਾਂਦੀ ਹੈ। ਉਹ ਦਿਖਾਉਂਦੇ ਆ। ਉਹ ਬਈ ਉਹਨਾਂ ਨੇ ਤੁਹਾਨੂੰ ਫੜ ਕੇ ਕੁੱਟਣਾ ਥੋੜ੍ਹਾ ਨਾ, ਤੁਹਾਨੂੰ ਜੋੜਨ ਦੀ ਕੋਸ਼ਿਸ਼ ਕਰਨੀ। ਜੇ ਨਹੀਂ ਜੁੜ ਸਕਦੇ ਤਾਂ ਫਿਰ ਹਾਂ, ਤੇ ਤੁਸੀਂ ਆਪਣਾ ਐਮਿਕੇਬਲੀ ਸ਼ਾਂਤੀ ਨਾਲ ਕਰ ਦਿਓ। ਸਾਡੀ ਸੁਸਾਇਟੀ ਦੇ ਵਿੱਚ ਕੀ ਆ ਕਿ ਐਡੀ ਸਾਡੀ ਘਟੀਆ ਸੁਸਾਇਟੀ ਆ ਨਾ, ਐਡੀ ਘਟੀਆ ਸੁਸਾਇਟੀ ਆ। ਮੰਨ ਲਓ ਇੱਕ ਬੰਦੇ ਨੇ ਆਪਣੀ ਕੁੜੀ ਵਿਆਹਤੀ ਇਹ ਸੋਚ ਕੇ ਕਿ ਜਿਹੜਾ ਮੁੰਡਾ ਉਹਦੇ ਕੋਲ ਪੈਸੇ ਬਹੁਤ ਆ, ਉਹ 5-6 ਮਹੀਨੇ ਬਾਅਦ ਚੱਲੇ ਕਿ ਦੀਵਾਲੀ ਆ ਵਾ। ਇੰਸਟੈਡ ਆਫ ਟੇਬਲ ਤੇ ਬੈਠ ਕੇ ਮੁੰਡੇ ਵਾਲਾ ਦਾ ਹੁਣ ਲੱਗਿਆ ਰਹੂਗਾ ਕਿ ਕੁੜੀ ਨਹੀਂ ਛੱਡਣੀ, ਹੁਣ ਇਹਨੂੰ ਪੈਸੇ ਦਾ ਫੋਰਸ ਬਣਾਉਣਾ ਹੈ, ਤੇ ਕੁੜੀ ਵਾਲੇ ਨੇ ਕਹਿੰਦਾ ਛੁਟਕਾਰਾ ਪਵਾਓ। ਇੰਸਟੈਡ ਆਫ ਕਿ ਬਈ ਤੁਸੀਂ ਸੱਚੀ ਗੱਲ ਕਰੋ ਕਿ ਰੌਲਾ ਤਾਂ ਪੈਸੇ ਦਾ ਵਾ। ਬਿਲਕੁਲ ਜਾਣੀ ਕਿ ਲੋਕੀ ਦੇਖਦੇ ਆ ਵੀ ਪਹਿਲੇ ਦਾ ਦੋ ਹੀ ਪਾਸੇ ਨਾ, ਇੱਕ ਪਾਸੇ ਲਾਲਚ ਹੁੰਦੀ ਹੈ, ਇੱਕ ਪਾਸੇ ਝੂਠ ਹੁੰਦਾ ਵਾ। ਮੁੰਡੇ ਨੇ ਝੂਠ ਬੋਲਦਾ ਸਾਡੇ ਕੋਲ ਕੋਠੀਆਂ, ਜੇ ਕੁੜੀ ਵਾਲੇ ਕਹਿੰਦੇ ਮੋਟੀ ਸਾਮੀ ਆ ਯਾਰ, ਕਰਦੇ ਕੁੜੀ ਦਾ ਵਿਆਹ, ਤੇ ਕੁੜੀ ਵਾਲੇ ਵੀ ਐਵੇਂ ਕਰਦੇ। ਹਾਂ, ਉਹ ਵੀ ਲਾਲਚ ਕਰਦੇ ਆ ਕਿ ਮੋਟੀ ਸਾਮੀ ਆਊਗੀ। ਕਿਹੜੀ ਸੁਸਾਇਟੀ ਦੇ ਵਿੱਚ 25 ਲੱਖ ਰੁਪਏ ਕੁੜੀ ਦਾ ਰੇਟ ਲੱਗ ਚੁੱਕਿਆ। ਹਾਂ, ਲੱਗਦਾ ਹੀ ਭਾਜੀ, ਆਪਣੀ ਸੁਸਾਇਟੀ ਲੱਗ ਗਿਆ ਨਾ, ਲੱਗ ਗਿਆ ਬਸ। ਫਿਰ ਹੁਣ ਗੱਲ ਕੀ ਆ ਕਿ ਸਾਡੇ ਦੇ ਇੱਕ ਬੰਦੇ ਦੀ ਬਹੁਤ ਮਾੜੀ ਆਦਤ ਆ, ਬੜੀ ਮਾੜੀ ਆਦਤ ਆ। ਜਿਹੜਾ 25 ਲੱਖ ਲੱਗਿਆ ਉਹ ਕੁੜੀ ਦੀ ਵੀ ਹਾਮੀ ਆ। ਅੱਛਾ ਭਾਈ, ਇਹ ਉਹਨੂੰ ਪਤਾ ਵਾ। ਅੱਛਾ ਮੇਰੀ ਗੱਲ ਸੁਣ ਸ੍ਰੀਪਾਲ ਜੀ, ਦੇਖੋ ਸਾਡੀ ਸੁਸਾਇਟੀ 'ਚ ਪਤਾ ਕੀ ਆ ਸਭ ਤੋਂ ਮਾੜੀ ਗੱਲ ਕਿਉਂ ਆ, ਅੱਜ ਸਾਡੇ 95% ਲੇਬਰ ਕਿਉਂ ਕਰਦੇ ਆ, ਕਿਉਂਕਿ ਆਪਣਾ ਮੁੱਲ ਹੀ ਨਹੀਂ ਪਤਾ ਹੀ ਨਹੀਂ। ਤੋ ਤੁਹਾਡੀ ਇੱਥੇ ਕਹਿੰਦੇ ਜੀ ਮੈਂ ਬੀਟੈਕ ਕਰ ਲਈ, ਮੈਨੂੰ 15,000 ਨੌਕਰੀ ਦਿਓ। ਤੇਰੇ ਨਾਲ ਦੇ ਕਿਹਨੂੰ ਮਿਲੀ 15,000 ਦੀ ਨੌਕਰੀ? ਕੈਪਟਨ ਸਾਹਿਬ ਨੇ ਕਿਹਾ ਸੀ ਮੈਂ ਲੱਖਾਂ ਨੌਕਰੀ ਲੈ ਕੇ ਆਊਂਗਾ, 10-10,000 ਦੀ ਨੌਕਰੀ ਮਿਲ ਰਹੀ ਸੀ। ਪਤਾ ਕੀ ਕਹਿੰਦੇ, ਇਹ 'ਚ ਸਾਡਾ ਖਰਚਾ ਹੀ ਨਹੀਂ ਪੂਰਾ ਹੁੰਦਾ। ਉਹ ਤਾਂ ਸਰਕਾਰੀ ਨੌਕਰੀ ਸੋਚ ਕੇ ਚਲੇ ਗਏ ਸੀ, ਤੇ ਕੀ ਕਰ ਰਹੇ ਆ, 7-8 ਹਜ਼ਾਰ ਦੀ ਧੱਕੇ ਖਾ ਰਹੇ ਆ। ਯਾਨੀ ਕਿ ਆਪਣਾ ਮੁੱਲ ਹੀ ਨਹੀਂ ਪਾਉਣਾ ਹੁੰਦਾ। ਸਟਾਰਟਿੰਗ ਤਨਖਾਹ ਹਮੇਸ਼ਾ ਘੱਟ ਹੁੰਦੀ ਆ। ਜਦੋਂ ਤੁਹਾਡੇ ਘਰੇ ਤਨਖਾਹ ਨਹੀਂ ਸੀਗੀ, ਕੀ ਤੁਹਾਨੂੰ ਰੋਟੀ ਨਹੀਂ ਮਿਲਦੀ ਸੀ? ਮੁੰਡੇ ਕੁੜੀਆਂ ਨੂੰ ਬਰਾਬਰ ਕਹਿ ਰਿਹਾ ਮੈਂ। ਆ ਵੂਮਨ ਡੇ ਸੈਲੀਬ੍ਰੇਟ ਕਰਤਾ, ਠੀਕ ਹੈ, ਮੁੰਡੇ ਕਿੱਥੇ ਜਾਣ?
ਚਲੋ ਜੀ ਜਿੱਥੇ ਮਰਜ਼ੀ ਜਾਣ ਉਹਨਾਂ ਤੋਂ ਕਿਹੜਾ ਪੁੱਛਣ ਵਾਲਾ। ਫਿਰ ਪ੍ਰਾਈਮ ਮਿਨਿਸਟਰ ਦਾ ਆਫਿਸ ਨੂੰ ਲਿਖੀ, ਇੱਕ ਮਿੰਟ ਸੀਐਮ ਸਾਹਿਬ ਦੇ ਲਿਖਿਆ ਮੈਂ ਪੰਜਾਬ ਨੂੰ, ਚੀਫ ਜਸਟਿਸ ਸਾਹਿਬ ਨੂੰ ਲਿਖਿਆ ਕਿ ਵੀ ਆਹ ਦੇਖੋ ਜੀ ਕਿੰਨਾ 98 ਦਾ 400 ਮਿਸਯੂਜ਼ ਹੋ ਰਿਹਾ ਵਾ। ਮੈਂ ਬਕਾਇਦਾ ਸੁਪਰੀਮ ਕੋਰਟ ਦੇ ਵਿੱਚ ਲਿਖ ਕੇ ਪਾਇਆ ਸੀਗਾ ਕਿ ਤੁਸੀਂ ਕਿਹੜੀ ਸੁਸਾਇਟੀ ਬਚਾਉਣ ਲੱਗੇ ਹੋ, ਇੱਥੇ ਸਾਰੇ ਹੀ ਚੋਰ ਆ। ਚੋਰ ਹੈ। ਜਿੰਨੇ NGO ਕਹਿੰਦੇ ਕਿ ਅਸੀਂ ਲੇਡੀਜ਼ ਵਾਸਤੇ ਕੰਮ ਕਰਦੇ ਉਹਨਾਂ ਤੋਂ ਐਫੀਡੇਵਿਟ ਲੈ ਲਓ, ਇੰਨਾ ਪੁੱਛ ਲਓ ਕਿੰਨੇ ਘਰ ਵਸਾਏ ਆ, ਮੇਰੇ ਤੋਂ ਲਿਖਾ ਕੇ ਲੈ ਲਓ। ਜਿਹੜੀ ਉਹਨਾਂ ਦੇ ਚੰਗਲ 'ਚ ਪੈ ਕੇ ਆਪ ਆਪਣਾ ਘਰ ਵਸਾ ਗਈ ਨਹੀਂ ਤਾਂ ਵੂਮਨ ਸੈੱਲ ਨੇ ਜਿੰਨੇ ਵਸਾਏ ਤੇ ਇਹਨਾਂ ਨੇ ਵਸਾਏ ਉਹਨਾਂ ਦਾ ਲੱਖਾਂ ਜੱਖਾ ਲੈ ਲਿਓ। ਅੱਛਾ ਤੀਰਥ ਗਰੇਵਾਲ ਜੀ, ਮੈਨੂੰ ਜਿੱਥੇ ਤੱਕ ਗੱਲ ਜਾਂਦੀ ਹੈਗੀ ਆ, ਜਿਹੜੇ ਆਪਣੇ ਉਂਗਲ ਲਾਉਣ ਵਾਲੇ ਹੁੰਦੇ ਨੇ ਸੋਸਾਇਟੀ ਦੇ ਵਿੱਚ, ਆਪਣੀ ਫੈਮਿਲੀ ਦੇ ਵਿੱਚ ਜ਼ਿਆਦਾ ਕੰਮ ਉਹੀ ਖਰਾਬ ਕਰਦੇ ਹੈਗੇ ਆ। ਗੱਲ ਤੁਸੀਂ ਲੈਣੇ ਕਿਉਂ ਆ, ਉਹ ਗੱਲ ਤੁਸੀਂ ਲੈਣੇ ਕਿਉਂ ਆ, ਕਮਾਲ ਆ ਯਾਰ। ਹੁਣ ਤੁਸੀਂ ਇੰਸਟਾਗ੍ਰਾਮ ਲੈ ਲਓ, ਫੇਸਬੁੱਕ ਲੈ ਲਓ, ਹਾਂਜੀ, ਉੱਥੇ ਕਿਸੇ ਵੀ ਕੁੜੀ ਦੀ ਪ੍ਰੋਫਾਈਲ ਖੋਲ ਲਓ, ਹਾਂਜੀ, ਕਿਸੇ ਦੀ ਵੀ, ਉਹਨੂੰ ਮੈਂ ਕਹਿੰਦਾ 10 ਮੁੰਡਿਆਂ ਦੀ ਰਿਕੁਐਸਟ ਆਈਆਂ ਹੋਣ, ਉਹ 10 ਮੁੰਡਿਆਂ ਨੇ ਕਹਾ 100 ਨੂੰ ਰਿਕੁਐਸਟਾਂ ਪਾਈਆਂ ਹੋਣ, ਤੁਸੀਂ ਕਿਉਂ ਹਾਂ ਕੀਤੀ? ਬਿਲਕੁਲ। ਤੁਸੀਂ ਕਿਉਂ ਰਿਪਲਾਈ ਕੀਤਾ? ਬਿਲਕੁਲ। ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਤਾਲੀ ਦੋਨੋਂ ਹੱਥਾਂ ਨਾਲ ਵੱਜਦੀ ਆ। ਫਿਰ ਬਾਅਦ ਦੇ ਵਿੱਚ ਕੀ ਕਹਿੰਦੇ ਜੀ, ਮੈਨੂੰ ਤਾਂ ਪਤਾ ਨਹੀਂ ਚੱਲਿਆ, ਮੈਨੂੰ ਹੋਟਲ ਲੈ ਗਿਆ। ਅੱਛਾ ਮੈਨੂੰ ਹੋਟਲ ਲੈ ਗਿਆ, ਮੈਨੂੰ ਮੋਟਰ ਲੈ ਗਿਆ। ਭਾਈ ਮੋਟਰ ਤੇ ਕਿਹੜੀ ਮੂਵੀ ਦਿਖਦੀ ਆ? ਤੇ ਹੋਟਲ ਤੇ ਉਦੋਂ ਤੁਹਾਨੂੰ ਬਲਾ ਫਸਲਾ ਕੇ ਲੈ ਗਿਆ ਜੀ। ਰੋਲਾ ਨਹੀਂ ਪਾ ਸਕੀ ਤੂੰ, ਉਸ ਟਾਈਮ ਤੂੰ ਬੈਠੀ ਸੀਗੀ ਐ, ਜਿਹੜੇ ਤੈਨੂੰ ਲਿਜਾਂਦਾ ਸੀ ਤੈਨੂੰ ਫੋਨ ਕਰਕੇ ਉਸ ਟਾਈਮ ਦੱਸ ਨਹੀਂ ਸਕਦੀ ਮੇਰਾ ਮੁੰਡਾ ਕੀ ਗੱਲਾਂ ਕਰਦਾ ਹੈਗਾ। ਵੂਮਨ जो लेडीज हैं वो ध्यान से सुने, स्टार्टिंग में पकड़ लो भैया जो गलत स्टार्टिंग ਤੁਸੀਂ ਇੱਕ ਵਾਰ ਦਾ ਪਰਚਾ ਕਰਾ ਦੋਗੇ। ਹਾਂ ਸਟਾਰਟਿੰਗ ਠੀਕ ਹੈ, ਤੁਸੀਂ ਪਰਚਾ ਕਰਾ ਦੋਗੇ, ਲੇਕਿਨ ਤੁਸੀਂ ਆਹ ਸੋਚੋ ਕਿ ਜਿਹੜੀ ਤੁਹਾਡੀ ਭੈਣ ਆ ਜਾਂ ਡਾਟਰ ਆ, ਉਹਦੀ ਸਾਰੀ ਜ਼ਿੰਦਗੀ ਤੁਸੀਂ ਰੂਇਨ ਕਰਤੀ। ਇੱਕ ਹੋਰ ਗੱਲ ਡਰਾਉਂਦਾ ਸੀ ਮੈਨੂੰ ਤੇਰੇ ਘਰਦਿਆਂ ਨੂੰ, ਮੈਂ ਕਹਿੰਦਾ ਕਿਉਂ ਡਰਦੇ ਹੋ ਭਾਈ ਤੁਸੀਂ? ਤੇ ਹੁਣ ਵੀ ਤਾਂ ਸਾਰਾ ਡਰ ਖੋਲਿਆ, ਇਹਨੇ ਸਾਰੀ ਚਿੱਟਾ ਖੋਲਤਾ 2 ਮਹੀਨੇ ਬਾਅਦ 3 ਮਹੀਨੇ ਬਾਅਦ, ਪਹਿਲੇ ਖੋਲ ਦਿੰਦੀ, ਹੁਣ ਡਰਾਉਂਦਾ ਰਿਹਾ। ਕਹਿਣ ਦਾ ਭਾਵ ਇਹ ਆ ਕਿ ਜਦੋਂ ਕਿਸੇ ਦੀ ਪੈਸੇ ਦੀ ਪੂਰਤੀ ਨਹੀਂ ਹੁੰਦੀ ਨਾ ਪੂਰੀ, ਹਾਂ, ਫਿਰ ਉਹ ਹਰ ਤਰੀਕੇ ਦੇ ਇਲਜ਼ਾਮ ਲਗਾਉਂਦਾ ਹੈਗਾ। ਮਾਪਿਓ ਵੀ ਨਹੀਂ ਕਹਿੰਦੇ ਜਾ ਕਾਕਾ ਜਾ ਕੋਈ ਗੱਲ ਨਹੀਂ, ਖੇੜੇ ਪੈਸੇ ਜ਼ਿਆਦਾ ਤੇ ਕੋਲ ਘੁੰਮਿਆ ਜਾ ਕੇ ਕੁੜੀ ਨੂੰ ਕਹਿੰਦੇ ਹੈਗੇ ਯਾਰ ਪਤਾ ਨਹੀਂ ਚੱਲਦਾ। ਹਾਂ ਕਿਉਂ ਭੇਜਦੇ ਵੀ ਉਹ ਪਤਾ ਨਹੀਂ ਚੱਲਦਾ। ਗੱਲਬਾਤ ਹੁੰਦੀ ਹੈਗੀ, ਪੈਸੇ ਮਿਲਨੇ ਬੰਦ ਹੋ ਜਾਂਦੇ, ਪੰਗਾ ਪੈਂਦਾ ਤਾਂ। ਗੱਲ ਸਿਰਫ ਇੰਨੀ ਆ ਕਿ ਜਿਹੜੇ 10 ਕੇਸ ਮੰਨ ਲਓ ਤੁਹਾਡੇ ਨਾਲ ਜਿਹੜੇ ਧੱਕੇ ਵਾਲੇ ਮੋਲੈਸਟੇਸ਼ਨ ਵਾਲੇ ਜਾਂ ਕੁਝ ਹੁੰਦੇ ਆ, 10% ਹੀ ਹੁੰਦੇ ਆ। ਉਹਨੇ ਮੈਂ ਕਿਹਾ ਜਿਹੜੇ 10 ਕੇਸ ਹੁੰਦੇ ਆ ਉਹਨਾਂ ਦੇ ਵਿੱਚੋਂ 8 ਕੇਸ ਉਹ ਹੁੰਦੇ ਆ ਜਿਹਦੇ ਵਿੱਚ ਕੁੜੀ ਆਪਣੀ ਸਹਿਮਤੀ ਨਾਲ ਗਈ ਹੁੰਦੀ ਹੈ। ਬਿਲਕੁਲ 8 ਕੇਸ ਇਦਾਂ ਨੇ, 2 ਕੇਸ ਇਦਾਂ ਦੇ ਹੁੰਦੇ ਇਨਜੈਨੂਇਨ। ਹੁਣ ਮੈਂ ਤੁਹਾਨੂੰ ਇੱਕ ਬੜਾ ਇੰਟਰਸਟਿੰਗ ਕੇਸ ਦੱਸਦਾ, ਲੰਬਾ ਹੋ ਜਾਏਗਾ ਮੇਰੇ ਭਾਈ। ਨਹੀਂ 2 ਮਿੰਟ ਦੇ ਕੇਸ ਆ, ਬੜਾ ਹਾਸੇ ਵਾਲਾ ਕੇਸ ਆ। ਹਾਂਜੀ ਹਾਂਜੀ। ਉਹ ਹਾਸੇ ਵਾਲਾ ਕੇਸ ਕਿਵੇਂ ਕਿ ਇੱਕ 16 ਸਾਲ ਦੀ ਲੜਕੀ, 16 ਸਾਲ ਦੀ ਲੜਕੀ, ਹਾਂਜੀ ਹਾਂਜੀ, ਤੇ ਇੱਕ ਹੈਗਾ ਮਿਸਤਰੀ 38 ਸਾਲ ਦਾ, ਹਾਂਜੀ, ਉਹ ਮਿਸਤਰੀ ਦੇ ਘਰੇ ਕੰਮ ਕਰਨ ਆ ਗਿਆ, ਉਹਦੀ ਕੁੜੀ ਨਾਲ ਅੱਖ ਮਟੱਕਾ ਹੋ ਗਿਆ। ਹਾਂ ਕਹਿਣ ਦਾ ਭਾਵ ਇਹ ਆ ਕਿ ਉਹ ਕੁੜੀ ਨੂੰ ਆਪਣੇ ਨਾਲ ਹੋਟਲ ਲੈ ਕੇ ਜਾਂਦਾ ਰਿਹਾ 4-5 ਵਾਰੀ। ਬਿਲਕੁਲ। ਅੱਛਾ ਫਿਰ ਉਹਦੇ ਮਨ 'ਚ ਲਾਲਚ ਆ ਗਈ ਕਿ ਇਹ ਤਾਂ ਉਹ ਠੀਕ ਆ, ਉਹ 3 ਬੱਚੇ ਦਾ ਬਾਪ ਸੀਗਾ, ਉਹ ਕਹਿੰਦਾ ਹੋਟਲ ਦਾ ਖਰਚਾ ਕਿਉਂ ਕਰਨਾ, ਉਹਦੇ ਘਰੇ ਜਾਣ ਲੱਗ ਗਿਆ। ਆਂਢ ਗੁਆਂਢਾਂ ਨੇ ਨਜ਼ਰ ਰੱਖੀ ਸੀ ਕਿ ਇਹ ਕੀ ਕਰਨਾ ਹੁੰਦਾ। ਜਦੋਂ ਉਹਨਾਂ ਨੇ ਘੇਰਾ ਪਾਇਆ, ਉਹਨੇ ਛੱਤ ਤੋਂ ਛਾਲ ਮਾਰੀ, ਉਹਦੀ ਲੱਤ ਟੁੱਟ ਗਈ। ਫਿਰ 16 ਸਾਲ ਦੀ ਕਹਿੰਦੀ ਜੀ ਮੈਨੂੰ ਤਾਂ ਇਹਨੇ ਫਸਲਾ ਲਿਆ। ਹੁਣ 16 ਸਾਲ ਦੀ ਉਮਰ ਤੇ ਪੱਕਾ ਰੇਪ ਕੇਸ ਹੀ ਪੈਣਾ। ਬੰਦਾ ਗਿਆ ਪਾਸਕੋ, ਹਾਂਜੀ, ਸਭ ਕੁਝ ਹੋ ਗਿਆ। ਬਿਲਕੁਲ ਠੀਕ ਹੈ। ਹੁਣ ਦੱਸੋ, ਹੁਣ ਅੱਛਾ ਜਿਹੜੀ ਉਹ ਲੇਡੀ ਨੇ, ਕੁੜੀ ਨੇ ਕੇਸ ਲਾਇਆ, ਤੁਹਾਨੂੰ ਲੱਗਦਾ ਕਿ ਉਹ ਮੁੜ ਕੇ ਉਸ ਮਹੱਲੇ 'ਚ ਰਹਿ ਸਕੂਗੀ? ਨਾ ਨਾ ਨਾ, ਉਹ ਕੁੜੀ ਦੀ ਲਾਈਫ ਵੀ ਖਰਾਬ ਆ ਭਾਜੀ। ਜਿਹੜਾ ਸਾਡਾ ਬੈਲੈਂਸ ਆਣਾ ਨਾ, ਇਹ ਬੈਲੈਂਸ ਬਣਾਉਣਾ ਬਹੁਤ ਜ਼ਰੂਰੀ ਆ। ਅਸੀਂ ਕਹਿੰਦੇ ਕਿ ਗੋਰੇ ਆਪਣੀ ਗੋਰੇ ਦਾ ਬਾਂਹ ਤਾਂ ਫੜ ਕੇ ਚੱਲਦੇ ਆ, ਇਹ ਨਹੀਂ ਪਤਾ ਚੱਲਦਾ ਕਿਹਦੇ ਬਾਂਹ ਫੜ ਕੇ ਨਿਕਲ ਜਾਵੇ। ਇਹ ਕਹਿੰਦੇ ਸਾਡੇ ਇੱਥੇ ਕੀ ਹਾਲ ਹੋ ਗਿਆ। ਬਿਲਕੁਲ, ਇੱਥੇ ਤਾਂ ਉਸ ਤੋਂ ਬੁਰਾ ਹਾਲ ਆ, ਉਹ ਤਾਂ ਬਾਂਹ ਫੜਦੇ ਤਾਂ ਪਤਾ ਕੀ ਕਰਨ ਲੱਗੇ ਨੇ। ਇਹ ਤਾਂ ਬੇੜੇ ਬਹਿ ਗਏ ਯਾਰ ਆਪਣੇ ਭਾਈ। ਕਹਿਣ ਦਾ ਭਾਵ ਹੈ ਕਿ 2 ਐਕਸਟ੍ਰੀਮ ਹੋ ਗਏ। ਬਿਲਕੁਲ, ਉਹ ਇਕੁਐਲਿਟੀ ਨਹੀਂ ਹੈਗੀ ਨਾ, ਠੀਕ ਹੈ ਨਾ। ਇੱਥੇ ਜਿਹੜਾ ਕਹਿੰਦਾ, ਜਿੱਥੇ ਆਉਂਦਾ ਕਹਿੰਦਾ ਮੇਰੀ ਰਾਈਟ ਆ, ਬਿਲਕੁਲ ਮੇਰੀ ਰਾਈਟ ਆ। ਲੇਡੀ ਪੁਲਿਸ ਕਿਉਂ ਭਰਤੀ ਕੀਤੀ? ਕਿਉਂਕਿ ਲੇਡੀਜ਼ ਨੇ ਜੀਣਾ ਹਰਾਮ ਕਰਤਾ। ਬਿਲਕੁਲ ਬਿਲਕੁਲ ਹੈ, ਜੀਣਾ ਹਰਾਮ ਕਰਦਾ, ਝੂਠੇ ਇਲਜ਼ਾਮ, ਝੂਠਾ ਸਭ ਕੁਝ। ਬਿਲਕੁਲ ਬਿਲਕੁਲ, ਕਹਿੰਦੇ ਲੇਡੀਜ਼ ਨਾਲ ਲੇਡੀਜ਼ ਨਿਬੜੋਗੇ ਭਾਈ, ਹੁਣ ਸਾਡੇ ਕੋਲ ਨਹੀਂ ਬਸ। ਹਾਂ ਇੱਕ ਲੇਡੀ ਇੱਥੇ ਆਈ ਸੀ, ਉਹ ਭੱਜਦੀ ਗਈ ਸੀ, ਉਹ ਤੇ ਪਰਚਾ ਹੋਇਆ ਸੀ ਭਾਈ। ਪਹਿਲੇ ਜਨਾਨੀ ਉਹਨੂੰ ਚੱਕ ਕੇ ਲਿਆਏ ਸੀ। ਮੈਂ ਕਿਹਾ ਭਲਾ ਜ਼ਮਾਨਾ ਸੀ, 30-35-40 ਸਾਲ ਪਹਿਲੇ ਜਨਾਨੀ। ਨਹੀਂ ਭਲਾ ਜ਼ਮਾਨਾ ਨਹੀਂ ਸੀਗਾ, ਭਲਾ ਜ਼ਮਾਨਾ ਨਹੀਂ ਸੀਗਾ। ਉਦੋਂ ਗੱਲਾਂ ਟੱਕੀਆਂ ਰਹਿ ਜਾਂਦੀਆਂ ਸੀ, ਉਦੋਂ ਕੈਮਰੇ ਨਹੀਂ ਸੀਗੇ। ਇਹ ਆਪਾਂ ਫਿਰ ਕਦੀ ਬਾਅਦ ਗੱਲ ਕਰਾਂਗੇ, ਇਹ ਬਾਅਦ ਚ ਗੱਲ ਕਰਾਂਗੇ। 40 ਸਾਲ ਪਹਿਲੇ ਵੀ ਪੁਲਿਸ, ਲੇਡੀ ਪੁਲਿਸ ਨਹੀਂ ਹੁੰਦੀ ਸੀ, ਜੈਂਟਸ ਹੀ ਹੈਂਡਲ ਕਰਦੇ ਸੀ ਕਿ ਉਸ ਟਾਈਮ ਲੇਡੀ ਤੇ ਜ਼ੁਲਮ ਨਹੀਂ ਹੁੰਦੇ ਸੀ, ਬਾਅਦ ਚ ਗੱਲ ਕਰਾਂਗੇ। ਹਾਂ ਉਹ ਟਕੇ ਰਹਿੰਦੇ ਸੀ ਬੇਸਿਕਲੀ। ਹੁਣ ਅਸੀਂ ਸਾਰੇ ਵੂਮਨ ਨੂੰ ਕਹਿੰਦੇ ਆ ਕਿ ਹੈਪੀ ਵੂਮਨ ਡੇ। ਹਾਂ ਐਵਰੀ ਡੇ ਇਜ਼ ਵੂਮਨ ਡੇ। ਹਾਂਜੀ ਹਾਂਜੀ ਠੀਕ ਹੈ ਨਾ, ਰਿਸਪੈਕਟ ਕਰੋ। ਗੱਲ ਆ ਵਾ ਕਿ ਹਰੇਕ ਬੰਦੇ ਨੂੰ ਜਿਹੜਾ ਹੈਗਾ ਵਾ ਤੁਸੀਂ ਰਿਸਪੈਕਟ ਕਰਨੀ ਆ ਕਰੋ, ਨਹੀਂ ਕਰਨੀ ਨਾ ਕਰੋ,
ਲੇਕਿਨ ਗੱਲ ਸਿਰਫ ਇੰਨੀ ਆ ਕਿ ਤੁਹਾਡਾ ਕਿਸੇ ਨਾਲ ਮਨ ਮੰਨਦਾ ਠੀਕ ਆ, ਤੁਹਾਡਾ ਮਨ ਨਹੀਂ ਮੰਨਦਾ ਠੀਕ ਆ, ਲੇਕਿਨ ਫॉर ਡਿਸਟਰੋਇੰਗ ਸਮਬਡੀਜ਼ ਲਾਈਫ, ਕਿਸੇ ਦੀ ਲਾਈਫ ਖਤਮ ਕਰਨੀ ਨਹੀਂ, ਕਿਸੇ ਦੀ ਲਾਈਫ ਖਰਾਬ ਕਰਨੀ ਜਾਂ ਸੋਚਣਾ ਕਿ ਸਾਰੀ ਲਾਅ ਮੇਰੇ ਹੱਕ ਦੇ ਵਿੱਚ ਹੀ ਆ, ਇਹ ਦੋ ਧਾਰੀ ਤਲਵਾਰ ਆ, ਇਹ ਦੋਨੋਂ ਪਾਸੇ ਸਰ ਵੱਢ ਦਿੰਦੀ ਹੈ। ਕਿਉਂਕਿ ਇਹ ਫੈਮਿਲੀ ਦੀ ਲੜਾਈ ਹੈ ਤੇ ਫੈਮਿਲੀ 'ਚ ਕੋਈ ਜਿੱਤਣ ਵਾਲਾ ਤੇ ਕੋਈ ਹਾਰਨ ਵਾਲੀ ਨਹੀਂ ਹੁੰਦਾ, ਉਹ ਪਰਿਵਾਰ ਹੀ ਹਾਰਦਾ। ਇਸ ਕਰਕੇ ਭਾਈ ਕਲੇਸ਼ਾਂ ਨੂੰ ਉੱਥੇ ਖਤਮ ਕਰੋ। ਧੰਨਵਾਦ। ਜੇ ਤੁਹਾਨੂੰ ਲੱਗਦਾ ਤੁਹਾਡੇ ਘਰ ਵਾਲੇ ਕੋਲ ਪੈਸੇ ਨਹੀਂ ਹੈਗੇ, ਤੁਸੀਂ ਬਹਿ ਕੇ ਡਿਵੋਰਸ ਕਰ ਲਓ। ਉਹ ਚਲੋ ਯਾਰ ਡਿਵੋਰਸ ਫਿਰ ਕੋਈ ਵੱਡੇ ਪੈਸੇ ਵਾਲਾ ਲੱਭ ਲਓ। ਨਹੀਂ ਚਲੋ ਬਾਪ ਡਿਵੋਰਸ ਤੱਕ ਨਹੀਂ ਆਪਾਂ। ਮੈਂ ਮੁੰਡਿਆਂ ਨੂੰ ਵੀ ਆਹੀ ਗੱਲ ਕਹਿਣਾ ਕਿ ਤੁਸੀਂ ਕੁੜੀਆਂ ਫਸਾਉਂਦੇ ਹੋ ਪੈਸੇ ਪਿੱਛੇ ਜਾਂ ਕਿਸੇ ਹੋਰ ਚੀਜ਼ਾਂ ਪਿੱਛੇ। ਜੇ ਕੀ ਕਹਿੰਦੇ ਨਹੀਂ ਹੁੰਦਾ, ਤੁਸੀਂ ਕੋਈ ਗੱਲ ਆ ਕਿ ਮਿਊਚੁਅਲੀ ਬਹਿ ਕੇ ਗੱਲ ਕਰੋ। ਬਿਲਕੁਲ। ਤੁਸੀਂ ਤਾਂ ਡਾਂਗਾਂ ਜੁੱਤੇ ਪਤਾ ਨਹੀਂ ਕੀ ਕਰਦੇ ਹੋ, ਜੇ ਤੁਹਾਡੇ ਹੱਥ ਲੱਗੇ ਅਗਲੇ ਦਿਨ ਨਹੀਂ ਲੱਗੇ। नहीं भाई, सोच बदलो तो समाज बदलेगा। हम यहीं पर एंड करते हैं, बहुत लंबा हो रहा है तो आप कहेंगे हमें कुछ दिखाई नहीं दे रहा। सोच बदलो समाज बदलेगा। हाँ, सोच बदलो समाज बदलेगा। जो भी गल हुंदी है बह के म्यूचुअली कर लो। ਉੱਚੀ ਬੰਦਾ ਉਹੀ ਬੋਲਦਾ ਹੁੰਦਾ ਜਿਹੜਾ ਐਗਰੈਸਿਵ ਉਹੀ ਹੁੰਦਾ ਐਗਰੈਸਿਵ ਉਹੀ ਹੁੰਦਾ ਵਾ। ਇੱਕ ਡੋਲਮੇਸ਼ਨ ਕੁੱਤਾ ਹੁੰਦਾ ਵਾ, ਉਹ ਬਹੁਤ ਡਰਪੋਕ ਹੁੰਦਾ, ਉਹ ਵੱਢਦਾ ਵਾ। ਬਿਲਕੁਲ। चलो धन्यवाद दोस्तों। इंसान बनो, डॉगी ना बनो। इंसान की सोच बदलो, समाज बदलेगा।